ਹੈਲੋ ਸਟੂਡੈਂਟ, ਅੱਜ ਆਪਾਂ ਵਿਸ਼ੇਸ਼ਣ ਪਾਠ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਵਿਸ਼ੇਸ਼ਣ ਹੁੰਦਾ ਕੀ ਚੀਜ਼ ਹੈ? ਜਿਹੜੇ ਸ਼ਬਦ ਕਿਸੇ ਨਾਂ ਜਾਂ ਪੜਨਾਂਵ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਦੇ ਹਨ, ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਹਨ। ਮੈਂ ਤੁਹਾਨੂੰ ਇੱਕ ਉਦਾਹਰਨ ਰਾਹੀਂ ਦੱਸਦੀ ਹਾਂ। ਜਿਵੇਂ ਇੱਕ ਬੱਚਾ ਹੈ, ਉਸ ਦੀ ਮਾਂ ਨੇ ਉਸ ਨੂੰ ਬਾਜ਼ਾਰ ਜਾਣ ਵਾਸਤੇ ਖਰੀਦਣ ਵਾਸਤੇ ਇੱਕ ਸੂਚੀ ਤਿਆਰ ਕਰਕੇ ਦਿੱਤੀ। ਸੂਚੀ ਵਿੱਚ ਜਿਹੜੀਆਂ ਚੀਜ਼ਾਂ ਦਿੱਤੀਆਂ ਹੋਈਆਂ ਸਨ, ਉਹ ਕਿਹੜੀਆਂ ਸਨ? ਜਿਵੇਂ 2 ਕਿਲੋ ਚੀਨੀ, 1 ਲੀਟਰ ਤੇਲ, ਅੱਧਾ ਕਿਲੋ ਵੇਸਣ, ਨਮਕੀਨ, ਬਿਸਕਿਟ। ਇਹਨਾਂ ਵਿੱਚ ਜਿਹੜੀ ਚੀਨੀ ਦੀ ਵਿਸ਼ੇਸ਼ਤਾ ਹੈ ਉਹ ਕਿਹੜੀ ਹੈ? 2 ਕਿਲੋ। ਤੇਲ ਦੀ ਵਿਸ਼ੇਸ਼ਤਾ ਹੈ 1 ਲੀਟਰ। ਵੇਸਣ ਦੀ ਵਿਸ਼ੇਸ਼ਤਾ ਹੈ ਅੱਧਾ ਕਿਲੋ ਅਤੇ ਬਿਸਕਿਟ ਦੀ ਵਿਸ਼ੇਸ਼ਤਾ ਹੈ ਨਮਕੀਨ। ਇਹ ਜਿਹੜੇ ਵਿਸ਼ੇਸ਼ਤਾ ਸ਼ਬਦ ਹੁੰਦੇ ਹਨ, ਇਹ ਨਾਂਵ ਜਾਂ ਪੜਨਾਂਵ ਦੇ ਗੁਣ ਵੀ ਹੋ ਸਕਦੇ ਹਨ, ਸੰਖਿਆ ਵੀ ਹੋ ਸਕਦੀ ਹੈ, ਜਾਂ ਨਾਪ ਨਾਲ ਸੰਬੰਧਿਤ ਵੀ ਹੋ ਸਕਦੇ ਹਨ। ਅੱਗੋਂ ਆ ਜਾਂਦਾ ਵਿਸ਼ੇਸ਼ਣ ਦੇ 5 ਪ੍ਰਕਾਰ ਹੁੰਦੇ ਹਨ। ਕਿਹੜੇ? ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ, ਨਿਸ਼ਚੈਵਾਚਕ ਅਤੇ ਪੜਨਾਂਵੀ ਵਿਸ਼ੇਸ਼ਣ। ਸਭ ਤੋਂ ਪਹਿਲਾਂ ਆ ਜਾਂਦਾ ਹੈ ਗੁਣਵਾਚਕ ਵਿਸ਼ੇਸ਼ਣ। ਗੁਣਵਾਚਕ ਵਿਸ਼ੇਸ਼ਣ ਨਾਂਵ ਜਾਂ ਪੜਨਾਂਵ ਦੇ ਗੁਣ ਜਾਂ ਔਗਣ, ਆਕਾਰ, ਅਵਸਥਾ ਆਦਿ ਦਾ ਬੋਧ ਕਰਵਾਉਂਦਾ ਹੈ। ਇਹ ਸਿਰਫ ਇਹ ਨਹੀਂ ਹੈ ਕਿ ਉਸਦੇ ਗੁਣ ਹੀ ਦੱਸਦਾ ਹੈ, ਉਸਦੇ ਔਗਣ ਵੀ ਦੱਸਦਾ ਹੈ। ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਚੰਗਾ ਆਦਮੀ, ਝੂਠਾ ਆਦਮੀ, ਲੰਬਾ ਮੁੰਡਾ, ਉੱਚਾ ਦਰਖਤ। ਇਹਦੇ ਵਿੱਚ ਆਦਮੀ ਚੰਗਾ ਵੀ ਹੋ ਸਕਦਾ ਹੈ, ਝੂਠਾ ਵੀ ਹੋ ਸਕਦਾ ਹੈ, ਉਸਦੇ ਗੁਣ ਵੀ ਹੋ ਸਕਦਾ, ਔਗਣ ਵੀ ਹੋ ਸਕਦਾ। ਮੁੰਡੇ ਦੀ ਵਿਸ਼ੇਸ਼ਤਾ ਹੈ ਲੰਮਾ, ਦਰਖਤ ਦੀ ਵਿਸ਼ੇਸ਼ਤਾ ਹੈ ਉੱਚਾ। ਇਹ ਇਹਦੇ ਗੁਣ ਦੱਸੇ ਹੋਏ ਹਨ। ਨੈਕਸਟ ਆ ਗਿਆ ਕਿ ਗੁਣਵਾਚਕ ਵਿਸ਼ੇਸ਼ਣ ਦੀਆਂ ਅੱਗੋਂ 3 ਅਵਸਥਾਵਾਂ ਹੁੰਦੀਆਂ ਹਨ। ਕਿਹੜੀਆਂ ਹੁੰਦੀਆਂ ਹਨ? ਸਧਾਰਨ ਅਵਸਥਾ, ਅਧਿਕਤਰ ਅਵਸਥਾ ਅਤੇ ਅਧਿਕਤਮ ਅਵਸਥਾ। ਸਧਾਰਨ ਅਵਸਥਾ ਜਿਵੇਂ ਚੰਗਾ, ਅਧਿਕਤਰ ਚੰਗੇਰਾ ਅਤੇ ਅਧਿਕਤਮ ਸਭ ਤੋਂ ਚੰਗਾ। ਅਧਿਕਤਰ ਅਵਸਥਾ ਉਹ ਹੁੰਦੀ ਹੈ ਜਦੋਂ ਆਪਾਂ ਕਿਸੇ 2 ਵਾਕਾਂ ਜਾਂ ਵਸਤੂਆਂ ਦੇ ਵਿੱਚ ਕੰਪੈਰੀਜ਼ਨ ਕਰਨਾ ਹੁੰਦਾ, ਤੁਲਨਾ ਕਰਨੀ ਹੁੰਦੀ ਹੈ। ਅਧਿਕਤਮ ਉਹ ਹੁੰਦੀ ਹੈ ਜਿਹੜੀ ਨਾ ਤੁਲਨਾ ਤਾਂ ਕੀਤੀ ਜਾ ਸਕਦੀ ਹੈ, ਪਰ ਉਹ ਸਭ ਤੋਂ ਅੱਗੇ ਹੁੰਦੀ ਹੈ। ਉਹ ਅਵਸਥਾ ਸਭ ਤੋਂ ਅੱਗੇ ਹੁੰਦੀ ਹੈ, ਉਸ ਨੂੰ ਕੀ ਕਹਿੰਦੇ ਹਨ? ਅਧਿਕਤਮ ਅਵਸਥਾ। ਸਭ ਤੋਂ ਪਹਿਲਾਂ ਆ ਜਾਂਦਾ ਸਧਾਰਨ ਅਵਸਥਾ। ਜਦੋਂ ਬਿਨਾਂ ਕਿਸੇ ਹੋਰ ਨਾਲ ਤੁਲਨਾ ਕੀਤੇ ਕਿਸੇ ਨਾਂ ਜਾਂ ਪੜਨਾਂਵ ਦੇ ਆਕਾਰ, ਗੁਣ, ਦੋਸ਼ ਬਾਰੇ ਦੱਸਿਆ ਜਾਵੇ, ਉਸ ਨੂੰ ਕੀ ਕਹਿੰਦੇ ਹਨ? ਗੁਣ। ਜਿਵੇਂ ਉਹ ਉੱਚੀ ਇਮਾਰਤ ਹੈ, ਸਿੰਪਲ ਵਾਕ ਹੈ ਕਿ ਉਹ ਉੱਚੀ ਇਮਾਰਤ ਹੈ। ਜਿਸ ਤਰ੍ਹਾਂ ਆਪਾਂ ਇੰਗਲਿਸ਼ 'ਚ ਡਿਗਰੀਆਂ ਕਰਦੇ ਹਾਂ, ਸਿੰਪਲ ਡਿਗਰੀ ਆ ਜਾਂਦੀ ਹੈ, ਕੰਪੈਰੇਟਿਵ ਆ ਜਾਂਦੀ ਹੈ ਅਤੇ ਸੁਪਰਲੇਟਿਵ ਆ ਜਾਂਦੀ ਹੈ। ਸਧਾਰਨ ਅਵਸਥਾ ਆ ਜਾਂਦੀ ਹੈ ਸਿੰਪਲ ਡਿਗਰੀ। ਸਿੰਪਲ ਵਾਕ ਦਿੱਤਾ ਕਿ ਉਹ ਉੱਚੀ ਇਮਾਰਤ ਹੈ, ਉਸਦਾ ਸਿੰਪਲ ਗੁਣ ਦੱਸਦਾ ਬਿਨਾਂ ਕਿਸੇ ਤੁਲਨਾ ਕੀਤੇ। ਉਹ ਬੁੱਢਾ ਆਦਮੀ ਹੈ, ਆਦਮੀ ਦੀ ਵਿਸ਼ੇਸ਼ਤਾ ਕੀ ਹੈ? ਬੁੱਢਾ। ਅੱਗੋਂ ਆ ਜਾਂਦਾ ਹੈ ਅਧਿਕਤਰ ਅਵਸਥਾ, ਜਦੋਂ 2 ਨਾਵਾਂ ਪੜਨਾਵਾਂ ਵਿਚਾਲੇ ਉਹਨਾਂ ਦੇ ਗੁਣ ਜਾਂ ਦੋਸ਼ ਦੀ ਤੁਲਨਾ ਕੀਤੀ ਜਾਵੇ। ਜਿਵੇਂ ਇਹ ਇਮਾਰਤ ਉਸ ਇਮਾਰਤ ਨਾਲੋਂ ਉੱਚੀ ਹੈ। ਜਦੋਂ ਦੋ ਨਾਮ ਜਾਂ ਪੜਨਾਮ ਹੋ ਗਏ, ਉਹਨਾਂ ਦੇ ਗੁਣ ਜਾਂ ਦੋਸ਼, ਇਹਨਾਂ ਦੇ ਗੁਣ ਵੀ ਹੋ ਸਕਦੇ ਆ, ਦੋਸ਼ ਵੀ ਹੋ ਸਕਦੇ, ਉਹਨਾਂ ਦੀ ਤੁਲਨਾ ਕੀਤੀ, ਉਸ ਨੂੰ ਕੀ ਕਹਿੰਦੇ ਹਨ? ਅਧਿਕਤਰ। ਇਹ ਆਦਮੀ ਉਸ ਆਦਮੀ ਨਾਲੋਂ ਬੁੱਢਾ ਹੈ, ਇਹਦੇ ਵਿੱਚ ਵੀ ਕੀ ਕੀਤੀ ਗਈ ਹੈ? ਤੁਲਨਾ ਕੀਤੀ ਗਈ ਹੈ। ਇਸ ਨੂੰ ਕੀ ਕਹਿੰਦੇ ਹਨ? ਅਧਿਕਤਰ ਅਵਸਥਾ। ਲਾਸਟ 'ਤੇ ਆ ਜਾਂਦਾ ਅਧਿਕਤਮ ਅਵਸਥਾ, ਜਦੋਂ 2 ਤੋਂ ਵੱਧ ਨਾਵਾਂ ਜਾਂ ਪੜਨਾਵਾਂ ਵਿੱਚ, ਮਤਲਬ ਇਹ ਅਧਿਕਤਰ ਤਾਂ ਸੀ ਕਿ 2 ਵਿਚਾਲੇ ਹੀ ਤੁਲਨਾ ਕੀਤੀ ਜਾਂਦੀ ਹੈ। ਅਧਿਕਤਮ ਹੁੰਦਾ ਕਿ 2 ਤੋਂ ਜ਼ਿਆਦਾ ਨਾਵਾਂ ਜਾਂ ਪੜਨਾਵਾਂ ਵਿੱਚ ਤੁਲਨਾ ਕੀਤੀ ਜਾਂਦੀ ਹੈ, ਉਸ ਨੂੰ ਕੀ ਕਹਿੰਦੇ ਹਨ? ਅਧਿਕਤਮ। ਮਤਲਬ ਉਹ ਸਭ ਤੋਂ ਅੱਗੇ ਹੁੰਦੀ ਹੈ ਜਿਹੜਾ ਨਾਮ। ਜਿਵੇਂ ਇਹ ਇਮਾਰਤ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਹੈ, ਇਹ ਆਦਮੀ ਸਭ ਆਦਮੀ ਨਾਲੋਂ ਬੁੱਢੇ ਹੈ। ਇਸ ਤਰ੍ਹਾਂ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਅਤੇ ਸਭ ਆਦਮੀ ਨਾਲੋਂ ਬੁੱਢਾ ਅਧਿਕਤਮ ਅਵਸਥਾ ਦੇ ਗੁਣ ਹਨ। ਨੈਕਸਟ ਆ ਜਾਂਦਾ ਹੈ ਸੰਖਿਆਵਾਚਕ ਵਿਸ਼ੇਸ਼ਣ। ਸੰਖਿਆਵਾਚਕ ਵਿਸ਼ੇਸ਼ਣ ਕਿਸ ਨੂੰ ਕਹਿੰਦੇ ਹਨ? ਜਿਹੜੇ ਸ਼ਬਦ ਨਾਂ ਜਾਂ ਪੜਨਾਂਵ ਦੀ ਸੰਖਿਆ ਦਾ ਗਿਆਨ ਦਿੰਦੇ ਹਨ, ਉਸ ਨੂੰ ਕੀ ਕਹਿੰਦੇ ਹਨ? ਸੰਖਿਆਵਾਚਕ। ਜਿਵੇਂ 1.5, 2.5, ਅੱਧਾ, ਦੁੱਗਣਾ, ਥੋੜ੍ਹਾ, ਬਹੁਤਾ, ਇਹ ਸਾਰੇ ਕੀ ਹਨ? ਸੰਖਿਆਵਾਚਕ ਦੀਆਂ ਉਦਾਹਰਨਾਂ ਹਨ। ਅੱਗੋਂ ਸੰਖਿਆਵਾਚਕ ਦੇ 2 ਭੇਦ ਹੁੰਦੇ ਹਨ। ਕਿਹੜੇ? ਨਿਸ਼ਚਿਤ ਸੰਖਿਆਵਾਚਕ ਅਤੇ ਅਨਿਸ਼ਚਿਤ ਸੰਖਿਆਵਾਚਕ। ਪਹਿਲਾ ਆ ਜਾਂਦਾ ਨਿਸ਼ਚਿਤ ਸੰਖਿਆਵਾਚਕ, ਜਿਸ ਵਿੱਚ ਨਾਂ ਜਾਂ ਪੜਨਾਂਵ ਦੀ ਨਿਸ਼ਚਿਤ ਸੰਖਿਆ ਦਾ, ਮਤਲਬ ਸੰਖਿਆ ਜਿਹੜੀ ਹੈਗੀ ਹੈ ਉਹ ਦਿੱਤੀ ਹੋਈ, ਨਿਸ਼ਚਿਤ ਦਿੱਤੀ ਹੋਈ ਆ, ਉਸ ਦਾ ਗਿਆਨ ਦਿੰਦੇ ਹਨ, ਉਸ ਨੂੰ ਨਿਸ਼ਚਿਤ ਸੰਖਿਆਵਾਚਕ ਕਹਿੰਦੇ ਹਨ। ਜਿਵੇਂ 4 ਆਦਮੀ, ਆਦਮੀ ਦੀ ਵਿਸ਼ੇਸ਼ਤਾ ਕੀ ਹੈ? 4 ਹੈ, ਤਾਂ ਸੰਖਿਆ ਹੀ ਹੈ ਪਰ ਇਹ ਨਿਸ਼ਚਿਤ ਹੈ। 5 ਸੰਤਰੇ, ਸੰਤਰੇ ਦੀ ਵਿਸ਼ੇਸ਼ਤਾ ਕੀ ਹੈ? ਉਹ 5 ਹਨ। ਅੱਗੇ ਆ ਜਾਂਦਾ ਹੈ ਅਨਿਸ਼ਚਿਤ ਸੰਖਿਆਵਾਚਕ, ਨਾਂ ਜਾਂ ਪੜਨਾਂਵ ਦੀ ਨਿਸ਼ਚਿਤ ਸੰਖਿਆ ਦਾ ਗਿਆਨ ਨਹੀਂ ਦਿੰਦੇ, ਮਤਲਬ ਸੰਖਿਆ ਤਾਂ ਦੱਸਦੇ ਹਨ ਪਰ
ਨਿਸ਼ਚਿਤ ਨਹੀਂ ਦੱਸਦੇ। ਉਦਾਹਰਨ ਦੇ ਤੌਰ 'ਤੇ ਜਿਵੇਂ ਥੋੜ੍ਹੇ ਆਦਮੀ, ਬਹੁਤ ਸੰਤਰੇ, ਇੱਕ ਅੱਧਾ ਅੰਬ। ਮਤਲਬ ਅੰਦਾਜ਼ਾ ਜਿਹਾ ਦੱਸਿਆ ਹੋਇਆ, ਨਿਸ਼ਚਿਤ ਨਹੀਂ ਦੱਸਿਆ, ਉਸਨੂੰ ਕੀ ਕਹਿੰਦੇ ਆ? ਅਨਿਸ਼ਚਿਤ। ਹੋਰ ਵੀ ਆਪਾਂ ਵਾਕ ਦੇ ਅਕੋਰਡਿੰਗ ਵੀ ਲੈ ਸਕਦੇ ਹਾਂ, ਜਿਵੇਂ ਕੁਤਮਕਾਰ ਵੇਖਣ ਲਈ ਹਰ ਸਾਲ ਕਈ ਲੋਕ ਜਾਂਦੇ ਹਨ। ਕਈ ਲੋਕ, ਜਮਾਤ ਵਿੱਚ ਬਹੁਤ ਸਾਰੇ ਵਿਦਿਆਰਥੀ ਬੈਠੇ ਹਨ, ਬਹੁਤ ਸਾਰੇ। ਇਹ ਉਹਨਾਂ ਦੀ ਕੀ ਹੈ? ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਤਾ। ਅੱਗੇ ਆ ਜਾਂਦਾ ਪਰਿਮਾਣਵਾਚਕ ਵਿਸ਼ੇਸ਼ਣ ਜਾਂ ਮਿਣਤੀਵਾਚਕ ਵਿਸ਼ੇਸ਼ਣ। ਜਿਹੜੇ ਸ਼ਬਦ ਨਾਂ ਜਾਂ ਪੜ੍ਹਨਾਂਵ ਦੀ ਮਿਣਤੀ, ਤੋਲ ਜਾਂ ਮਾਪ ਬਾਰੇ ਦੱਸਣ, ਜਾਂ ਜਿਹੜੇ ਸ਼ਬਦ ਵਿਸ਼ੇਸ਼ਣ ਤੋਲੀਆਂ, ਮਾਪੀਆਂ ਜਾਂ ਮਿਣੀਆਂ ਜਾਣ ਵਾਲੀ ਵਸਤੂ ਦਾ ਪਰਿਮਾਣ ਦੱਸਣ, ਉਸਨੂੰ ਕੀ ਕਹਿੰਦੇ ਹਨ? ਪਰਿਮਾਣ ਜਾਂ ਮਿਣਤੀਵਾਚਕ ਵਿਸ਼ੇਸ਼ਣ। ਇਸ ਦੇ ਜਿਵੇਂ ਉਦਾਹਰਨ ਦੇ ਤੌਰ 'ਤੇ ਥੋੜ੍ਹਾ, ਸਾਰਾ, ਬਹੁਤ, 1 ਮੀਟਰ ਆਦਿ। ਇਹਨੂੰ ਅੱਗੋਂ ਦੋ ਭਾਗਾਂ 'ਚ ਵੰਡਿਆ ਗਿਆ ਹੈ, ਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਅਤੇ ਅਨਿਸ਼ਚਿਤ ਪਰਿਮਾਣ। ਸਭ ਤੋਂ ਪਹਿਲਾਂ ਆ ਜਾਂਦਾ ਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ। ਨਾਂ ਜਾਂ ਪੜ੍ਹਨਾਂਵ ਦੇ ਨਿਸ਼ਚਿਤ ਪਰਿਮਾਣ ਬਾਰੇ ਦੱਸਦੇ ਹਨ, ਉਸਨੂੰ ਕੀ ਕਹਿੰਦੇ ਹਨ? ਨਿਸ਼ਚਿਤ ਪਰਿਮਾਣਵਾਚਕ। ਜਿਵੇਂ 2 ਲੀਟਰ ਦੁੱਧ, 4 ਕਿਲੋ ਆਟਾ, ਇਹ ਨਿਸ਼ਚਿਤ ਹੈ। ਨੈਕਸਟ ਆ ਗਿਆ ਨਿਸ਼ਚਿਤ। ਨਾਂ ਜਾਂ ਪੜ੍ਹਨਾਂਵ ਨਿਸ਼ਚਿਤ ਪਰਿਮਾਣ ਬਾਰੇ ਨਹੀਂ ਦੱਸਦੇ, ਅੰਦਾਜ਼ਾ ਦੱਸਦੇ ਹਨ। ਜਿਵੇਂ ਥੋੜ੍ਹਾ ਦੁੱਧ, ਕਾਫੀ ਆਟਾ, ਇਹ ਕੀ ਹਨ? ਅਨਿਸ਼ਚਿਤ ਪਰਿਮਾਣਵਾਚਕ। ਨੈਕਸਟ ਆ ਜਾਂਦਾ ਹੈ ਨਿਸ਼ਚੈਵਾਚਕ ਵਿਸ਼ੇਸ਼ਣ। ਨਾਂ ਜਾਂ ਪੜ੍ਹਨਾਂਵ ਦੇ ਨਾਲ ਨਿਸ਼ਚੈ ਨਾਲ ਸੰਕੇਤ ਕਰਦੇ ਹਾਂ, ਉਹਨੂੰ ਕੀ ਕਹਿੰਦੇ ਹਨ? ਨਿਸ਼ਚੈਵਾਚਕ ਵਿਸ਼ੇਸ਼ਣ। ਜਿਵੇਂ ਇਹ, ਉਹ, ਉਸਨੂੰ, ਆਓ, ਇਹ ਕਿਤਾਬ ਮੇਰੀ ਹੈ, ਉਹ ਮੇਰੇ ਚਾਚੇ ਦਾ ਮੁੰਡਾ ਹੈ, ਇਹ ਕੀ ਸ਼ਬਦ ਹਨ? ਨਿਸ਼ਚੈਵਾਚਕ ਵਿਸ਼ੇਸ਼ਣ। ਨਿਸ਼ਚੈਵਾਚਕ ਵਿਸ਼ੇਸ਼ਣ ਅੱਗੋਂ ਦੋ ਤਰ੍ਹਾਂ ਦੇ ਹੁੰਦੇ ਹਨ। ਕਿਹੜੇ? ਨਿਕਟਵਰਤੀ ਨਿਸ਼ਚੈਵਾਚਕ ਅਤੇ ਦੂਰਵਰਤੀ ਨਿਸ਼ਚੈ। ਸਭ ਤੋਂ ਪਹਿਲਾਂ ਆ ਜਾਂਦਾ ਨਿਕਟਵਰਤੀ ਨਿਸ਼ਚੈਵਾਚਕ। ਜਿਵੇਂ ਅਜਿਹਾ ਵਿਸ਼ੇਸ਼ਣ ਜੋ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਦਾ ਹੈ, ਨੇੜੇ, ਉਸਨੂੰ ਕੀ ਬਣਾ ਦਿੰਦਾ? ਆਮ ਤੋਂ ਖਾਸ ਬਣਾ ਦਿੰਦਾ, ਉਸਨੂੰ ਕੀ ਕਹਿੰਦੇ ਹਨ? ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ। ਜਿਵੇਂ ਇਹ ਮੇਰਾ ਘਰ ਹੈ, ਇਹ ਮੇਰਾ ਅਖਬਾਰ ਹੈ, ਨੇੜੇ ਚੀਜ਼ਾਂ ਦਾ ਇਸ਼ਾਰਾ ਕਰ ਰਿਹਾ। ਨੈਕਸਟ ਆ ਜਾਂਦਾ ਹੈ ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ। ਅਜਿਹਾ ਵਿਸ਼ੇਸ਼ਣ ਜੋ ਦੂਰ ਦੀ ਵਸਤੂ ਜਾਂ ਵਿਅਕਤੀ ਵੱਲ ਸੰਕੇਤ ਕਰਕੇ ਉਸਨੂੰ ਆਮ ਤੋਂ ਖਾਸ ਬਣਾ ਦਿੰਦੇ ਹਨ, ਉਸਨੂੰ ਕੀ ਕਹਿੰਦੇ ਹਨ? ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ। ਜਿਵੇਂ ਉਹ ਰਾਮ ਹੈ, ਦੂਰ ਦੱਸਿਆ ਹੋਇਆ, ਉਹ ਮੋਟੂ ਹੈ, ਉਹ ਸ਼ਬਦ ਹੈ ਦੂਰ ਪਈਆਂ ਹੋਈਆਂ ਵਸਤੂਆਂ ਦਾ ਵਿਸ਼ੇਸ਼ਣ ਬਾਰੇ ਦੱਸਦੇ ਹਨ। ਨੈਕਸਟ ਆ ਜਾਂਦਾ ਹੈ ਪੜ੍ਹਨਾਵੀ ਵਿਸ਼ੇਸ਼ਣ। ਪੜ੍ਹਨਾਵੀ ਵਿਸ਼ੇਸ਼ਣ ਕਿਹੜੇ ਸ਼ਬਦ ਹੁੰਦੇ ਹਨ? ਜਿਹੜੇ ਨਾਮ ਜਾਂ ਪੜ੍ਹਨਾਂਵ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਤਾਂ ਕਰਦੇ ਹਨ, ਪਰ ਪੜ੍ਹਨਾਵੀ ਵਿਸ਼ੇਸ਼ਣ ਹੁੰਦੇ ਹਨ। ਜਿਵੇਂ ਕਿਹੜੀ ਕੁੜੀ ਦੌੜ ਰਹੀ ਹੈ, ਕਿਹੜਾ ਖਿਡੌਣਾ ਚਾਹੀਦਾ ਹੈ, ਇਹਦੇ 'ਚ ਕਿਹੜਾ ਅਤੇ ਕਿਹੜੀ ਸ਼ਬਦ ਕੀ ਹਨ? ਪੜ੍ਹਨਾਵੀ ਵਿਸ਼ੇਸ਼ਣ ਹਨ। ਜਿਹੜਾ ਮੁੰਡਾ ਕੱਲ੍ਹ ਆਇਆ ਸੀ, ਜਿਹੜਾ ਸ਼ਬਦ ਪੜ੍ਹਨਾਵੀ। ਤੁਹਾਡਾ ਸੂਟ ਬਹੁਤ ਚੰਗਾ ਸਿਉਂਤਾ ਹੋਇਆ, ਤੁਹਾਡਾ, ਇਹ ਪੜ੍ਹਨਾਵੀ ਵਿਸ਼ੇਸ਼ਣ। ਅੱਗੋਂ ਪੜ੍ਹਨਾਵੀ ਵਿਸ਼ੇਸ਼ਣ ਦੋ ਭਾਗਾਂ 'ਚ ਵੰਡਿਆ ਗਿਆ ਹੈ, ਮੂਲ ਰੂਪੀ ਪੜ੍ਹਨਾਵੀ ਵਿਸ਼ੇਸ਼ਣ ਅਤੇ ਉਤਪੰਨ ਰੂਪ ਪੜ੍ਹਨਾਵੀ ਵਿਸ਼ੇਸ਼ਣ। ਮੂਲ ਰੂਪ ਕਿਹੜੇ ਹੁੰਦੇ ਹਨ? ਜਿਹੜੇ ਸ਼ਬਦ ਆਪਣੇ ਮੂਲ ਰੂਪ ਵਿੱਚ ਵਿਸ਼ੇਸ਼ਣ ਬਣ ਜਾਣ, ਉਸਨੂੰ ਮੂਲ ਰੂਪੀ ਪੜ੍ਹਨਾਵੀ ਵਿਸ਼ੇਸ਼ਣ। ਜਿਵੇਂ ਕਿਹੜੀ ਕੁੜੀ ਦੌੜ ਰਹੀ ਹੈ, ਕਿਹੜੀ, ਮੂਲ ਰੂਪ ਹੋ ਗਿਆ ਦਾ। ਠੀਕ ਹੈ ਜੀ। ਨੈਕਸਟ ਆ ਗਿਆ ਉਤਪੰਨ ਰੂਪ ਪੜ੍ਹਨਾਵੀ ਵਿਸ਼ੇਸ਼ਣ। ਜਿਹੜਾ ਸ਼ਬਦ ਪੜ੍ਹਨਾਂਵ ਤੋਂ ਉਤਪੰਨ ਹੋ ਕੇ ਵਿਸ਼ੇਸ਼ਣ ਦਾ ਕੰਮ ਦੇਣ, ਉਹਨਾਂ ਨੂੰ ਉਤਪੰਨ ਪੜ੍ਹਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਸੂਟ ਵਾਸਤੇ ਕਿੰਨਾ ਕੱਪੜਾ ਚਾਹੀਦਾ ਹੈ, ਕਿੰਨੀ ਰੋਟੀ ਹੋਰ ਦੇਵਾਂ, ਇਹਦੇ ਵਿੱਚ ਕਿੰਨਾ ਅਤੇ ਕਿੰਨੀ ਸ਼ਬਦ ਕੀ ਹਨ? ਉਤਪੰਨ ਰੂਪੀ ਪੜ੍ਹਨਾਵੀ ਵਿਸ਼ੇਸ਼ਣ। ਇਹ ਸੀ ਬੱਚੇ ਪੜ੍ਹਨਾਵੀ ਵਿਸ਼ੇਸ਼ਣ ਦੀਆਂ ਕਿਸਮਾਂ। ਇਸ ਤੋਂ ਬਾਅਦ ਕੀ ਤੁਸੀਂ ਕੀ ਯਾਦ ਰੱਖਣਾ ਹੈ? ਵਿਸ਼ੇਸ਼ਣ ਦੀਆਂ ਪਹਿਲਾਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ, ਅੱਗੋਂ ਉਹਨਾਂ ਦੇ ਪਾਰਟਸ ਦੀਆਂ ਵੀ ਕਿੰਨੀਆਂ ਕਿਸਮਾਂ ਹਨ। ਧੰਨਵਾਦ।